गुड मॉर्निंग स्टूडेंट्स। ਅੱਜ ਅਸੀਂ ਮੈਟਰ ਇਨ ਆਰ ਸਰਾਊਂਡਿੰਗ ਵਾਲਾ ਚੈਪਟਰ ਕਰਾਂਗੇ। ਇਹਦੇ ਅਸੀਂ ਕੁਝ ਟੌਪਿਕ ਜਿਹੜੇ ਕੱਲ੍ਹ ਡਿਸਕਸ ਕਰ ਲਏ ਸੀ, ਜਿੱਦਾਂ ਵਟ ਇਜ਼ ਅ ਮੈਟਰ, ਕਰੈਕਟਰਿਸਟਿਕਸ ਆਫ ਪਾਰਟੀਕਲਸ ਆਫ ਮੈਟਰਸ ਐਂਡ ਸਟੇਟਸ ਆਫ ਮੈਟਰ। ਅੱਜ ਅਸੀਂ ਸਟੇਟਸ ਆਫ ਮੈਟਰ ਜਿਹੜੀਆਂ ਕੱਲ੍ਹ ਡਿਸਕਸ ਕੀਤੀਆਂ ਸੀ ਉਹਨਾਂ ਨੂੰ ਅੱਗੇ ਡਿਸਕਸ ਕਰਾਂਗੇ। ਠੀਕ ਆ, ਅੱਜ ਅਸੀਂ ਦੇਖਾਂਗੇ ਕਿ ਕਿੱਦਾਂ ਅਸੀਂ ਸੋਲਿਡ ਨੂੰ ਲਿਕੁਇਡ ਵਿੱਚ ਕਨਵਰਟ ਕਰ ਸਕਦੇ ਹਾਂ ਅਤੇ ਲਿਕੁਇਡ ਨੂੰ ਕਿੱਦਾਂ ਗੈਸ ਵਿੱਚ ਕਨਵਰਟ ਕਰ ਸਕਦੇ ਹਾਂ। ਠੀਕ ਹੈ, ਸਭ ਤੋਂ ਪਹਿਲਾਂ ਸਾਡੇ ਕੋਲ ਸੋਲਿਡ ਆ, ਕੋਈ ਠੋਸ ਪਦਾਰਥ ਹੈ, ਉਹਨੂੰ ਅਸੀਂ ਹੀਟ ਦਿੱਤੀ, ਉਹ ਲਿਕੁਇਡ ਵਿੱਚ ਕਨਵਰਟ ਹੋ ਗਿਆ। ਅਤੇ ਇਹ ਵਾਲੇ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਹਾਂ? ਫਿਊਜ਼ਨ। ਜਦੋਂ ਸੋਲਿਡ ਲਿਕੁਇਡ ਦੇ ਵਿੱਚ ਕਨਵਰਟ ਹੋ ਜਾਏ ਇਹਨੂੰ ਅਸੀਂ ਫਿਊਜ਼ਨ ਕਹਿੰਦੇ ਹਾਂ। ਠੀਕ ਹੈ, ਫਿਰ ਸਾਡੇ ਕੋਲ ਲਿਕੁਇਡ ਹੀ, ਲਿਕੁਇਡ ਨੂੰ ਅਸੀਂ ਲਿਕੁਇਡ ਨੂੰ ਕਨਵਰਟ ਕੀਤਾ ਗੈਸ ਦੇ ਵਿੱਚ ਹੀਟ ਪ੍ਰੋਵਾਈਡ ਕਰਕੇ। ਠੀਕ ਹੈ, ਅਤੇ ਇਸ ਪ੍ਰੋਸੈਸ ਨੂੰ ਅਸੀਂ ਕੀ ਵੈਪੋਰਾਈਜੇਸ਼ਨ ਕਹਿੰਦੇ ਹਾਂ, ਇਸ ਪ੍ਰੋਸੈਸ ਨੂੰ ਆਪਾਂ। ਠੀਕ ਹੈ, ਜਦੋਂ ਤਰਲ ਗੈਸ ਵਿੱਚ ਬਦਲ ਜਾਵੇ ਉਸਨੂੰ ਵੈਪੋਰਾਈਜੇਸ਼ਨ ਕਹਿੰਦੇ ਹਨ। ਜਦੋਂ ਆਪਾਂ ਹੁਣ ਗੈਸ ਨੂੰ ਠੰਡਾ ਕਰ ਦਾਂਗੇ, ਠੀਕ ਹੈ, ਉਹ ਠੰਡੀ ਹੋ ਜਾਏਗੀ, ਉਹ ਲਿਕੁਇਡ ਵਿੱਚ ਕਨਵਰਟ ਹੋ ਜਾਏਗੀ। ਗੈਸ ਜਦੋਂ ਲਿਕੁਇਡ ਵਿੱਚ ਕਨਵਰਟ ਹੁੰਦੀ ਆ ਉਸ ਪ੍ਰੋਸੈਸ ਨੂੰ ਅਸੀਂ ਕੰਡੈਂਸੇਸ਼ਨ ਕਹਿੰਦੇ ਹਾਂ। ਗੈਸ ਕਨਵਰਟ ਟੂ ਲਿਕੁਇਡ ਇਜ਼ ਕਾਲਡ ਕੰਡੈਂਸੇਸ਼ਨ। ਜਦੋਂ ਗੈਸ ਕਿਸੇ ਤਰਲ ਪਦਾਰਥ ਵਿੱਚ ਕਨਵਰਟ ਹੁੰਦੀ ਹੈ ਨਾ, ਉਸ ਪ੍ਰੋਸੈਸ ਨੂੰ ਅਸੀਂ ਕੰਡੈਂਸੇਸ਼ਨ ਕਹਿੰਦੇ ਹਾਂ। ਠੀਕ ਹੈ, ਜਦੋਂ ਲਿਕੁਇਡ ਕਨਵਰਟ ਹੁੰਦਾ ਵਾ ਸੋਲਿਡ ਦੇ ਵਿੱਚ ਉਹਨੂੰ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਸੋਲਿਡਿਫਿਕੇਸ਼ਨ, ਉਸ ਪ੍ਰੋਸੈਸ ਨੂੰ ਅਸੀਂ ਸੋਲਿਡਿਫਿਕੇਸ਼ਨ ਕਹਿੰਦੇ ਹਾਂ। ਜਦੋਂ ਲਿਕੁਇਡ ਕਨਵਰਟ ਹੋਵੇ ਸੋਲਿਡ ਦੇ ਵਿੱਚ ਉਸ ਨੂੰ ਅਸੀਂ ਸੋਲਿਡਿਫਿਕੇਸ਼ਨ ਕਹਿੰਦੇ ਹਾਂ। ਠੀਕ ਹੈ, ਲਿਕੁਇਡ ਕਨਵਰਟ ਟੂ ਸੋਲਿਡ ਇਜ਼ ਕਾਲਡ ਸੋਲਿਡਿਫਿਕੇਸ਼ਨ। ਠੀਕ ਹੈ, ਜਦੋਂ ਤਰਲ ਪਦਾਰਥ ਜਿਹੜਾ ਤਰਲ ਬਦਲ ਜਾਵੇ ਕਿਸੇ ਠੋਸ ਪਦਾਰਥ ਵਿੱਚ ਤਾਂ ਉਸਨੂੰ ਸੋਲਿਡਿਫਿਕੇਸ਼ਨ ਕਹਿੰਦੇ ਹਾਂ। ਠੀਕ ਹੈ, ਸਭ ਤੋਂ ਪਹਿਲਾਂ ਕੀ ਸੀ, ਜਦੋਂ ਸੋਲਿਡ ਲਿਕੁਇਡ 'ਚ ਕਨਵਰਟ ਹੁੰਦਾ ਵਾ ਉਹਨੂੰ ਅਸੀਂ ਕੀ ਕਹਿੰਦੇ? ਫਿਊਜ਼ਨ। ਠੀਕ ਹੈ, ਲਿਕੁਇਡ ਗੈਸ ਵਿੱਚ ਉਹਨੂੰ ਅਸੀਂ ਕੀ ਕਹਿੰਦੇ? ਵੈਪੋਰਾਈਜੇਸ਼ਨ। ਜਦੋਂ ਗੈਸ ਠੰਡੀ ਹੋ ਕੇ ਲਿਕੁਇਡ ਵਿੱਚ ਕਨਵਰਟ ਹੁੰਦੀ ਉਹਨੂੰ ਕੰਡੈਂਸੇਸ਼ਨ। ਜਦੋਂ ਲਿਕੁਇਡ ਸੋਲਿਡ ਵਿੱਚ ਕਨਵਰਟ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਸੋਲਿਡਿਫਿਕੇਸ਼ਨ। ਠੀਕ ਹੈ, ਹੁਣ ਅੱਗੇ ਅਗਰ ਸੋਲਿਡ ਜਿਹੜਾ ਡਾਇਰੈਕਟਲੀ ਮਤਲਬ ਕਿ ਲਿਕੁਇਡ ਨਾ ਬਣੇ, ਡਾਇਰੈਕਟਲੀ ਗੈਸ ਬਣ ਜਾਏ ਜਾਂ ਫਿਰ ਗੈਸ ਜਿਹੜੀ ਹੈ ਡਾਇਰੈਕਟਲੀ ਸੋਲਿਡ ਬਣ ਜਾਏ ਉਹਨੂੰ ਅਸੀਂ ਸਬਲੀਮੇਸ਼ਨ ਕਹਿੰਦੇ ਹਾਂ। ਉਸ ਪ੍ਰੋਸੈਸ ਨੂੰ ਅਸੀਂ ਸਬਲੀਮੇਸ਼ਨ ਕਹਿੰਦੇ ਹਾਂ। ਠੀਕ ਹੈ, ਜਦੋਂ ਸੋਲਿਡ ਜਿਹੜੀ ਆ ਸੋਲਿਡ ਕੋਈ ਸੋਲਿਡ ਸਾਡੇ ਕੋਲ ਠੋਸ ਪਦਾਰਥ ਹੈ ਉਹ ਡਾਇਰੈਕਟਲੀ ਗੈਸ ਬਣ ਜਾਏ। ਠੀਕ ਹੈ, ਅਤੇ ਗੈਸ ਤੋਂ ਕੀ ਆ ਸੋਲਿਡ ਫੇਰ ਵਾਪਸ ਬਣ ਜਾਏ ਉਹਨੂੰ ਅਸੀਂ ਸਬਲੀਮੇਸ਼ਨ ਕਹਿੰਦੇ ਹਾਂ। ਠੀਕ ਹੈ, ਹੁਣ ਅਸੀਂ ਸੋਲਿਡ ਟੂ ਲਿਕੁਇਡ ਕਨਵਰਜਨ ਦੇਖਦੇ ਹਾਂ ਕਿ ਕਿੱਦਾਂ ਸੋਲਿਡ ਟੂ ਲਿਕੁਇਡ ਜਿਹੜਾ ਉਹ ਕਨਵਰਟ ਹੋ ਜਾਂਦਾ ਹੈ। ਹੁਣ ਸਾਡੇ ਕੋਲ ਇੱਕ ਬੀਕਰ ਆ, ਉਹਦੇ ਵਿੱਚ ਅਸੀਂ ਆਈਸ ਕਿਊਬਸ ਰੱਖੀਆਂ ਨੇ। ਠੀਕ ਹੈ, ਇੱਕ ਥਰਮਾਮੀਟਰ ਵੀ ਲਗਾ ਦਿੱਤਾ ਕਿ ਸਾਨੂੰ ਟੈਂਪਰੇਚਰ ਪਤਾ ਲੱਗ ਜੇ। ਠੀਕ ਹੈ, ਸਭ ਤੋਂ ਪਹਿਲਾਂ ਜਦੋਂ ਅਸੀਂ ਹਜੇ ਫਲੇਮ ਨਹੀਂ ਸੀ ਲਗਾਈ ਉਹਦੇ ਨੀਚੇ, ਸਭ ਤੋਂ ਪਹਿਲਾਂ ਕੀ ਸੀ ਸਾਡੇ ਕੋਲ ਟੈਂਪਰੇਚਰ ਕਿੰਨਾ ਸੀ? -25 ਡਿਗਰੀ ਸੈਲਸੀਅਸ। ਠੀਕ ਹੈ, ਆਈਸ ਦਾ ਟੈਂਪਰੇਚਰ -25 ਡਿਗਰੀ ਸੈਲਸੀਅਸ ਸੀ। ਫਿਰ ਠੀਕ ਹੈ, ਫਿਰ ਅਸੀਂ ਉਹਨੂੰ ਹੀਟ ਦੇਣੀ ਸ਼ੁਰੂ ਕੀਤੀ। ਠੀਕ ਹੈ, -25 ਡਿਗਰੀ ਸੈਲਸੀਅਸ ਤੋਂ 20 ਡਿਗਰੀ ਸੈਲਸੀਅਸ ਆ ਗਿਆ। ਜਦੋਂ ਅਸੀਂ ਹੌਲੀ ਹੌਲੀ ਹੀਟ ਦਿੰਦੇ ਗਏ ਜਿਹੜਾ ਟੈਂਪਰੇਚਰ ਹੈ ਉਹ ਇਨਕਰੀਜ਼ ਹੁੰਦਾ ਗਿਆ। ਠੀਕ ਹੈ, -15 ਡਿਗਰੀ ਸੈਲਸੀਅਸ, -10, -5, 0 ਡਿਗਰੀ ਸੈਲਸੀਅਸ 'ਤੇ ਆ ਗਿਆ। ਜਦੋਂ 0 ਡਿਗਰੀ ਸੈਲਸੀਅਸ 'ਤੇ ਆ ਗਿਆ ਆਪਾਂ ਫੇਰ ਹੀਟ ਦਿੱਤੀ ਅਤੇ ਉੱਥੇ ਜਿਹੜੀ ਆਈਸ ਹੈ ਨਾ 0 ਡਿਗਰੀ ਸੈਲਸੀਅਸ 'ਤੇ ਸਾਡੇ ਕੋਲ ਕੀ ਸੀ? ਆਈਸ। ਫਿਰ ਅਸੀਂ ਹੀਟ ਦਿੱਤੀ ਅਤੇ 0 ਡਿਗਰੀ ਸੈਲਸੀਅਸ 'ਤੇ ਸਾਡੇ ਕੋਲ ਵਾਟਰ ਵਿੱਚ ਆਈਸ ਉਹ ਕਨਵਰਟ ਹੋਣ ਲੱਗ ਪਈ, ਹੋ ਗਈ। ਠੀਕ ਹੈ, ਪਰ ਟੈਂਪਰੇਚਰ ਨਹੀਂ ਇਨਕਰੀਜ਼ ਹੋਇਆ। ਇੱਥੇ ਹੀਟ ਤੇ ਦਿੱਤੀ ਪਰ ਟੈਂਪਰੇਚਰ ਨਹੀਂ ਇਨਕਰੀਜ਼ ਹੋਇਆ। ਠੀਕ ਹੈ, ਟੈਂਪਰੇਚਰ ਕਿਉਂ ਨਹੀਂ ਇਨਕਰੀਜ਼ ਹੋਇਆ? ਕਿਉਂਕਿ ਜਿੰਨੀ ਸਾਰੀ ਹੀਟ ਹੀ ਉਹ ਆਈਸ ਨੇ ਜਿਹੜੀ ਹੈਗੀ ਸੀ ਨਾ ਉਹ ਅਬਜ਼ੋਰਬ ਕਰ ਲਈ। ਠੀਕ ਹੈ, ਜਦੋਂ ਆਈਸ ਨੇ ਸਾਰੀ ਹੀਟ ਅਬਜ਼ੋਰਬ ਕਰ ਲਈ ਅਤੇ ਉਹ ਜਿਹੜੇ ਆ ਸਾਰੇ ਪਾਰਟੀਕਲਸ ਅਲੱਗ-ਅਲੱਗ ਹੋ ਗਏ ਅਤੇ ਉਹ ਪਾਣੀ ਵਾਟਰ ਦੇ ਵਿੱਚ ਕਨਵਰਟ ਹੋ ਗਏ। ਠੀਕ ਹੈ, ਇਸ ਕਰਕੇ ਜਿਹੜਾ ਟੈਂਪਰੇਚਰ ਸੇਮ ਰਿਹਾ ਅਤੇ ਜਿਹੜਾ ਸਾਰੀ ਹੀਟ ਹੀ ਉਹ ਆਈਸ ਨੇ ਅਬਜ਼ੋਰਬ ਕਰ ਲਈ ਅਤੇ ਜਿਹੜਾ ਆਈਸ ਹੈ ਉਹ ਵਾਟਰ ਦੇ ਵਿੱਚ ਕਨਵਰਟ ਹੋ ਗਈ। ਸਾਨੂੰ ਪਤਾ ਹੈ ਕਿ ਜਿਹੜੀ ਕੈਨੇਟਿਕ ਐਨਰਜੀ ਹੈ ਟੈਂਪਰੇਚਰ ਦੀ ਇਨਕਰੀਜ਼ ਹੋਣ ਦੇ ਨਾਲ ਕੈਨੇਟਿਕ ਐਨਰਜੀ ਵੱਧਦੀ। ਕੈਨੇਟਿਕ ਐਨਰਜੀ ਮੀਨਸ ਮੋਸ਼ਨ ਜਿਹੜੀ ਹੈ ਪਾਰਟੀਕਲਸ ਦੀ ਉਹ ਵੱਧਦੀ ਹੈ। ਠੀਕ ਹੈ, ਬਟ ਇਸ ਪੁਆਇੰਟ 'ਤੇ ਆ ਕੇ ਇੰਨੀ ਕੁ ਜ਼ਿਆਦਾ ਕੈਨੇਟਿਕ ਐਨਰਜੀ ਵੱਧ ਜਾਂਦੀ ਹੈ ਕਿ ਸਾਰੇ ਪਾਰਟੀਕਲ ਜਿਹੜੇ ਆਈਸ ਦੇ ਹੁੰਦੇ ਨਾ ਉਹਨਾਂ ਨੂੰ ਅਲੱਗ-ਅਲੱਗ ਕਰ ਦਿੰਦੀ ਅਤੇ ਵਾਟਰ ਦੇ ਵਿੱਚ ਕਨਵਰਟ ਕਰ ਦਿੰਦੀ ਹੈ। ਠੀਕ ਹੈ, ਕੀ ਅੱਗੇ 0 ਡਿਗਰੀ ਸੈਲਸੀਅਸ ਨੂੰ ਕੀ ਕਹਿੰਦੇ ਆ ਕਿ ਉਹਨਾਂ ਕਿ ਦ ਟੈਂਪਰੇਚਰ ਐਟ ਵਿਚ ਅ ਸੋਲਿਡ ਮੈਲਟਸ ਟੂ ਬਿਕਮ ਅ ਲਿਕੁਇਡ
ਐਟ ਦੀ ਐਟਮੋਸਫੈਰਿਕ ਪ੍ਰੈਸ਼ਰ ਇਜ਼ ਕੋਲਡ ਮੈਲਟਿੰਗ ਪੁਆਇੰਟ। ਇਹਨੂੰ 0 ਡਿਗਰੀ ਸੈਲਸੀਅਸ ਜਿਹੜਾ ਨਾ ਇਹ ਆਈਸ ਦਾ ਮੈਲਟਿੰਗ ਪੁਆਇੰਟ ਹੈਗਾ ਵਾ। ਉਹ ਵਾਲਾ ਟੈਂਪਰੇਚਰ, ਉਹ ਵਾਲਾ ਤਾਪਮਾਨ ਜਦੋਂ ਠੋਸ ਜਿਹੜਾ ਪਿਘਲ ਕੇ ਦਰਵ ਬਣ ਜਾਂਦਾ ਇਸ ਦਾ ਪਿਘਲਣ ਅੰਕ ਅਖਵਾਉਂਦਾ ਹੈ, ਮਤਲਬ ਮੈਲਟਿੰਗ ਪੁਆਇੰਟ ਅਖਵਾਉਂਦਾ ਹੈ। 0 ਡਿਗਰੀ ਸੈਲਸੀਅਸ 'ਤੇ ਜਿਹੜੀ ਆਈਸ ਸੀ ਉਹ ਮੈਲਟ ਹੋਣਾ ਸ਼ੁਰੂ ਹੋਈ ਸੀ, ਇਸ ਕਰਕੇ 0 ਡਿਗਰੀ ਸੈਲਸੀਅਸ ਇਜ਼ ਅ ਮੈਲਟਿੰਗ ਪੁਆਇੰਟ ਆਫ ਦੀ ਆਈਸ। ਠੀਕ ਹੈ, ਅਸੀਂ ਸੋਲਿਡ ਟੂ ਲਿਕੁਇਡ ਜਿਹੜਾ ਵਾ ਕਨਵਰਟ ਕੀਤਾ। ਠੀਕ ਹੈ, ਇਸ ਵੇ ਪ੍ਰੋਸੈਸ ਨੂੰ ਅਸੀਂ ਕਹਿੰਦੇ ਹਾਂ ਫਿਊਜ਼ਨ। ਠੀਕ ਹੈ, ਲਿਕੁਇਡ ਟੂ ਗੈਸ ਕਨਵਰਜਨ। ਲਿਕੁਇਡ ਟੂ ਗੈਸ ਕਨਵਰਜਨ ਅਸੀਂ ਕਿੱਦਾਂ ਵੇਖਾਂਗੇ? ਸਭ ਤੋਂ ਪਹਿਲਾਂ ਸਾਡੇ ਕੋਲ ਲਿਕੁਇਡ ਸੀ, ਅਸੀਂ ਇੱਕ ਬੀਕਰ ਲਿਆ, ਉਹਦੇ ਵਿੱਚ ਲਿਕੁਇਡ ਸੀ, ਅਸੀਂ ਹੀਟ ਪ੍ਰੋਵਾਈਡ ਕੀਤੀ ਉਹਨੂੰ। ਠੀਕ ਹੈ, ਲਿਕੁਇਡ ਦਾ ਜਿਹੜਾ ਟੈਂਪਰੇਚਰ ਹੈਗਾ ਸੀ ਸਾਡੇ ਕੋਲ 25 ਡਿਗਰੀ ਸੈਲਸੀਅਸ ਹੈਗਾ ਸੀ। ਠੀਕ ਹੈ, ਤੇ ਉਹਨੂੰ ਅਸੀਂ ਹੀਟ ਪ੍ਰੋਵਾਈਡ ਕੀਤੀ, ਟੈਂਪਰੇਚਰ ਇਨਕਰੀਜ਼ ਹੋਣਾ ਸ਼ੁਰੂ ਹੋ ਗਿਆ। ਠੀਕ ਹੈ, 35 ਡਿਗਰੀ ਸੈਲਸੀਅਸ, 45 ਡਿਗਰੀ, ਮਤਲਬ ਇਹ ਸਾਰਾ ਇਨਕਰੀਜ਼ ਹੋ ਕੇ ਨਾ 100 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ। ਠੀਕ ਹੈ, 100 ਡਿਗਰੀ ਸੈਲਸੀਅਸ 'ਤੇ ਕੀ ਆ ਕਿ ਜਿਹੜਾ ਵਾਟਰ ਆ ਨਾ, ਇੱਥੇ ਜਿਹੜੀ ਅਸੀਂ 100 ਡਿਗਰੀ ਸੈਲਸੀਅਸ 'ਤੇ ਵਾਟਰ ਜਿਹੜਾ ਨਾ ਪੂਰਾ ਮਤਲਬ ਕਿ ਬੋਇਲ ਹੋਣ ਲੱਗ ਪਿਆ। ਠੀਕ ਹੈ, ਇੱਥੇ ਜਾ ਕੇ ਕੀ ਹੋਇਆ, ਇੱਥੇ ਵੀ ਅਸੀਂ ਹੀਟ ਪ੍ਰੋਵਾਈਡ ਕੀਤੀ, ਟੈਂਪਰੇਚਰ ਸਾਡੇ ਕੋਲ 100 ਡਿਗਰੀ ਸੈਲਸੀਅਸ ਰਿਹਾ, ਪਰ ਜਿਹੜਾ ਵਾਟਰ ਹੈ ਉਹ ਵੇਪਰ ਵਿੱਚ ਕਨਵਰਟ ਹੋ ਗਿਆ। ਇੱਥੇ ਕੀ ਹੁੰਦਾ ਕਿ ਜਿਹੜੀ ਵੀ ਅਸੀਂ ਹੀਟ ਪ੍ਰੋਵਾਈਡ ਕੀਤੀ ਸੀ ਉਹ ਵਾਟਰ ਨੇ ਗੇਨ ਕਰ ਲਈ, ਅਤੇ ਉਹ ਵਾਟਰ ਨੇ ਯੂਜ਼ ਕੀਤੀ ਵਾਟਰ ਨੂੰ ਵੇਪਰ ਵਿੱਚ ਕਨਵਰਟ ਕਰਨ ਦੇ ਲਈ। ਠੀਕ ਹੈ, ਇਸ ਕਰਕੇ ਜਿਹੜਾ ਟੈਂਪਰੇਚਰ ਸੇਮ ਰਿਹਾ, ਅਤੇ ਜਿਹੜੀ ਹੀਟ ਸੀ ਉਹ ਵਾਟਰ ਨੇ ਯੂਜ਼ ਕਰ ਲਈ, ਕਨਵਰਟ ਕਰ ਲਈ ਵੇਪਰ ਦੇ ਵਿੱਚ। ਠੀਕ ਹੈ, ਇੱਥੇ ਆਣ ਕੇ ਜਿਹੜਾ ਵਾ ਨਾ ਪਾਣੀ ਸਾਡਾ ਘਟਣਾ ਸ਼ੁਰੂ ਹੋ ਗਿਆ, ਅਤੇ ਜਿਹੜੇ ਵੇਪਰਸ ਆ ਉਹ ਹਵਾ ਦੇ ਵਿੱਚ ਉੱਡਣ ਲੱਗ ਪਏ। ਠੀਕ ਹੈ, ਜਦੋਂ ਹਵਾ ਵਿੱਚ ਉੱਡਣ ਲੱਗੇ ਤੇ ਉਹ ਗੈਸ ਵਿੱਚ, ਜਿਹੜਾ ਸਾਡਾ ਵਾਟਰ ਆ ਉਹ ਗੈਸ ਵਿੱਚ ਕਨਵਰਟ ਹੋ ਗਿਆ। ਠੀਕ ਹੈ, ਹਾਂ, ਦੀ ਟੈਂਪਰੇਚਰ ਐਟ ਵਿਚ ਦੀ ਲਿਕੁਇਡ ਕਨਵਰਟ ਇਨਟੂ ਗੈਸ ਐਟ ਦੀ ਐਟਮੋਸਫੇਰਿਕ ਪ੍ਰੈਸ਼ਰ ਇਜ਼ ਕੋਲਡ ਬੋਇਲਿੰਗ ਪੁਆਇੰਟ। ਉਹਨਾਂ ਕਿਹਾ ਉਹ ਵਾਲਾ ਵਾਯੂਮੰਡਲੀ ਦਬਾਅ, ਮਤਲਬ ਐਟਮੋਸਫੇਰਿਕ ਪ੍ਰੈਸ਼ਰ 'ਤੇ, ਵਾਯੂਮੰਡਲੀ ਦਬਾਅ ਮੀਨਸ ਐਟਮੋਸਫੇਰਿਕ ਪ੍ਰੈਸ਼ਰ। ਠੀਕ ਹੈ, ਉਹਨਾਂ ਕਿਹਾ ਵਾਯੂਮੰਡਲੀ ਦਬਾਅ 'ਤੇ ਉਹ ਤਾਪਮਾਨ ਜਿਸ ਉੱਤੇ ਦਰਵ ਉਬਲਣ ਲੱਗਦਾ ਹੈ ਉਸਨੂੰ ਅਬਾਲ ਦਰਜਾ ਕਹਿੰਦੇ ਹਨ। ਠੀਕ ਹੈ, ਹੁਣ ਜਿੱਦਾਂ ਇੱਥੇ ਕਿੰਨੇ ਡਿਗਰੀ ਸੈਲਸੀਅਸ 'ਤੇ ਜਿਹੜਾ ਵਾਟਰ ਸੀ ਨਾ ਮਤਲਬ ਬੋਇਲ ਹੋਣਾ ਸ਼ੁਰੂ ਹੋ ਗਿਆ, 100 ਡਿਗਰੀ ਸੈਲਸੀਅਸ 'ਤੇ। ਠੀਕ ਹੈ, 100 ਡਿਗਰੀ ਸੈਲਸੀਅਸ 'ਤੇ ਵਾਟਰ ਜਿਹੜਾ ਸੀ ਉਬਲਣਾ ਸ਼ੁਰੂ ਹੋ ਗਿਆ ਸੀ। ਹੁਣ ਟੈਂਪਰੇਚਰ ਦੇ ਯੂਨਿਟਸ ਜਿਹੜੇ SI ਯੂਨਿਟ ਹੁੰਦੇ ਉਹ ਕੈਲਵਿਨ ਹੁੰਦੇ ਆ। 0 ਡਿਗਰੀ ਸੈਲਸੀਅਸ ਵਿੱਚ 273 ਕੈਲਵਿਨ ਹੁੰਦੇ ਨੇ। ਠੀਕ ਹੈ, ਹੁਣ ਸਾਡੇ ਕੋਲ ਕੀ ਆ 100 ਡਿਗਰੀ ਸੈਲਸੀਅਸ, 100 ਡਿਗਰੀ ਸੈਲਸੀਅਸ ਦੇ ਵਿੱਚ ਕਿੰਨੇ ਕੈਲਵਿਨ ਹੋਣਗੇ? 370। 100 + 273 = 370 ਕੈਲਵਿਨ। ਠੀਕ ਹੈ, ਗੈਸ, ਹੁਣ ਅਸੀਂ ਗੈਸ ਟੂ ਲਿਕੁਇਡ ਕਨਵਰਟ ਕਰਨਾ ਹੈ। ਠੀਕ ਹੈ, ਗੈਸ ਟੂ ਲਿਕੁਇਡ ਕਿੱਦਾਂ ਕਨਵਰਟ ਕਰਾਂਗੇ? ਹੁਣ ਸਾਡੇ ਕੋਲ ਇੱਕ ਕੋਲਡ ਵਾਟਰ ਦਾ ਜਿਹੜਾ ਵਾ ਗਲਾਸ ਹੈਗਾ ਵਾ। ਠੀਕ ਹੈ, ਉਹਦੇ ਵਿੱਚ ਕੋਲਡ ਵਾਟਰ ਵਾ। ਠੀਕ ਹੈ, ਤੁਸੀਂ ਇਹ ਐਕਸਪੈਰੀਮੈਂਟ ਵੈਸੇ ਘਰ ਵੀ ਵੇਖਿਆ ਹੀ ਹੋਏਗਾ ਕਿ ਜਦੋਂ ਅਸੀਂ ਗਲਾਸ, ਠੰਡਾ ਪਾਣੀ ਦਾ ਗਲਾਸ ਰੱਖਿਆ ਵਾ, ਉਹਦੇ ਦੇ ਦੁਆਲੇ ਪਾਣੀ ਆ ਜਾਂਦਾ ਹੈ ਥੋੜ੍ਹਾ ਥੋੜ੍ਹਾ, ਮਤਲਬ ਕਿ ਗਲਾਸ ਜਿਹੜਾ ਗਿੱਲਾ ਗਿੱਲਾ ਹੋ ਜਾਂਦਾ ਹੈ। ਠੀਕ ਹੈ, ਹੁਣ ਦੇਖੋ ਉਹ ਗਲਾਸ ਲੀਕ ਤੇ ਹੈ ਨਹੀਂ ਹੈ ਕਿ ਉਹ ਗਿੱਲਾ ਗਿੱਲਾ ਹੋ ਗਿਆ, ਉਹ ਇਸ ਕਰਕੇ ਹੁੰਦਾ ਹੈ ਕਿ ਜਿਹੜੇ ਵੀ ਹਵਾ ਵਿੱਚ ਸਾਡੀ ਜਿਹੜੀ ਏਅਰ ਹੁੰਦੀ ਹੈ ਨਾ, ਉਹਦੇ ਵਿੱਚ ਜਿਹੜੇ ਵੀ ਵੇਪਰ ਹੁੰਦੇ ਨੇ ਉਹ ਠੰਡੇ ਹੋ ਕੇ ਜਿਹੜੇ ਪਾਣੀ ਬਣ ਜਾਂਦੇ ਨੇ। ਠੀਕ ਹੈ, ਅਤੇ ਗਲਾਸ ਦੀ ਜਿਹੜੀ ਆਹ ਵਾਲੀ ਸਾਈਡਸ ਹੁੰਦੀਆਂ ਨੇ ਇਹਦੇ ਉੱਤੇ ਆ ਜਾਂਦੇ ਨੇ। ਇਸ ਕਰਕੇ ਕੀ ਆ ਕਿ ਜਿਹੜਾ ਗੈਸ ਹੈ ਉਹ ਲਿਕੁਇਡ ਵਿੱਚ ਕਨਵਰਟ ਹੋ ਗਈ ਨਾ, ਮਤਲਬ ਕਿ ਜਿਹੜੇ ਹਵਾ ਦੇ ਵੇਪਰ ਸੀ ਉਹ ਪਾਣੀ ਵਿੱਚ ਕਨਵਰਟ ਹੋ ਗਏ, ਠੰਡੇ ਹੋ ਗਏ। ਠੀਕ ਹੈ, ਇਸ ਤਰੀਕੇ ਨਾਲ ਗੈਸ ਜਿਹੜੀ ਹੈ ਲਿਕੁਇਡ ਵਿੱਚ ਕਨਵਰਟ ਹੋ ਜਾਂਦੀ। ਹੁਣ ਨੈਕਸਟ ਕੀ ਆ, ਜਦੋਂ ਗੈਸ ਲਿਕੁਇਡ ਵਿੱਚ ਕਨਵਰਟ ਹੁੰਦੀ ਹੈ ਉਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਆ? ਕੰਡੈਂਸੇਸ਼ਨ ਕਹਿੰਦੇ ਆ। ਠੀਕ ਹੈ, ਹੁਣ ਵਾਟਰ ਟੂ ਆਈਸ, ਮਤਲਬ ਵਾਟਰ ਤੋਂ ਆਈਸ ਬਣਾਉਣੀ ਹੈ। ਠੀਕ ਹੈ, ਕਿੱਦਾਂ ਕਨਵਰਟ ਕਰਾਂਗੇ? ਸਿੰਪਲੀ ਤੁਹਾਨੂੰ ਪਤਾ ਹੈ ਕਿ ਤੁਸੀਂ ਕੋਈ ਪਾਣੀ ਲਓ। ਠੀਕ ਹੈ, ਪਾਣੀ ਲਿਆ ਉਹਨੂੰ ਤੁਸੀਂ ਆਪਣੀ ਰੈਫ੍ਰਿਜਰੇਟਰ ਵਿੱਚ ਰੱਖਤਾ, ਅਤੇ ਉਹ ਥੋੜ੍ਹੇ ਟਾਈਮ ਬਾਅਦ ਤੁਸੀਂ ਵੇਖਿਓ 2-3 ਘੰਟਿਆਂ ਬਾਅਦ ਦੇਖੋ ਉਹਦੇ ਵਿੱਚ ਬਰਫ਼ ਜਿਹੜੀ ਹੈ ਜੰਮ ਚੁੱਕੀ ਹੋਣੀ ਆ। ਠੀਕ ਹੈ, ਅਤੇ ਇਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਹਾਂ? ਸੋਲੀਡੀਫਿਕੇਸ਼ਨ ਕਹਿੰਦੇ ਹਾਂ ਇਸ ਪ੍ਰੋਸੈਸ ਨੂੰ ਆਪਾਂ। ਠੀਕ ਹੈ, ਜਦੋਂ ਲਿਕੁਇਡ ਕਨਵਰਟ ਹੁੰਦਾ ਸੋਲਿਡ ਦੇ ਵਿੱਚ ਉਸ ਨੂੰ ਅਸੀਂ ਸੋਲੀਡੀਫਿਕੇਸ਼ਨ ਕਹਿੰਦੇ ਹਾਂ। ਠੀਕ ਹੈ, ਅੱਜ ਅਸੀਂ ਕੀ ਕੁਝ ਕੀਤਾ ਕਿ ਸੋਲਿਡ ਨੂੰ ਅਸੀਂ ਲਿਕੁਇਡ ਵਿੱਚ ਕਨਵਰਟ ਕਰਕੇ ਵੇਖਿਆ, ਅਤੇ ਉਸ ਪ੍ਰੋਸੈਸ ਨੂੰ ਅਸੀਂ ਫਿਊਜ਼ਨ ਕਹਿੰਦੇ ਹਾਂ। ਲਿਕੁਇਡ ਨੂੰ ਅਸੀਂ ਗੈਸ ਵਿੱਚ ਕਨਵਰਟ ਕਰਕੇ ਵੇਖਿਆ, ਵੇਪਰਾਈਜੇਸ਼ਨ ਕਹਿੰਦੇ ਹਾਂ। ਗੈਸ ਨੂੰ ਅਸੀਂ ਲਿਕੁਇਡ ਵਿੱਚ ਕਨਵਰਟ ਕਰਕੇ ਵੇਖਿਆ, ਉਹਨੂੰ ਅਸੀਂ ਕੰਡੈਂਸੇਸ਼ਨ ਕਹਿੰਦੇ ਹਾਂ। ਅਤੇ ਲਿਕੁਇਡ ਨੂੰ ਅਸੀਂ ਸੋਲਿਡ ਦੇ ਵਿੱਚ ਕਨਵਰਟ ਕਰਕੇ ਵੇਖਿਆ, ਉਸਨੂੰ ਅਸੀਂ
ਸੋਲਿਡਿਫਿਕੇਸ਼ਨ ਕਹਿੰਦੇ ਆ। ਠੀਕ ਹੈ। ਥੈਂਕ ਯੂ ਸਟੂਡੈਂਟਸ।